ਦੇਵਾਂਗਾ, ਪੂਰੀ ਕੋਸ਼ਿਸ਼ ਕਰਾਂਗਾ ਕਿ ਗੱਲ ਮੁਖਤਸਰ ਹੋਵੇ। ਸਭ ਤੋਂ ਪਹਿਲੇ ਜਨਾਬ ਮੈਂ ਦੱਸਦਾ ਚੱਲਾਂ ਕਿ ਅੱਜ ਫਿਰ ਪੀਡੀਐਮਏ ਨੇ ਅਲਰਟ ਦਿੱਤਾ ਹੋਇਆ ਸੀ ਕਿ ਜੀ ਗੰਡਾ ਸਿੰਘ ਦੇ ਮੁਕਾਮ ਤੇ ਹਾਈ ਫਲੱਡ ਦੀ ਸਿਚੁਏਸ਼ਨ ਹੋਵੇਗੀ ਤੇ ਉਹ ਜਨਾਬ ਅਸੀਂ ਵੇਖਿਆ ਕਿ ਹਾਈ ਫਲੱਡ ਦੀ ਸਿਚੁਏਸ਼ਨ ਉੱਤੇ ਬਲਕਿ ਐਕਸੈਪਸ਼ਨਲੀ ਹਾਈ ਫਲੱਡ ਦੀ ਸਿਚੁਏਸ਼ਨ ਜਿਹੜੀ ਜੋ ਬਣੀ ਹੋਈ ਹੈਗੀ ਹੈ ਤੇ 3,35,000 ਕਿਊਸਿਕ ਤੱਕ ਜਨਾਬ ਪਾਣੀ ਗਿਆ ਗੰਡਾ ਸਿੰਘ ਦੇ ਮੁਕਾਮ ਤੇ ਜਿਹੜਾ ਰਿਪੋਰਟ ਹੋਇਆ ਤੇ ਘਟ ਕੇ ਜਨਾਬ ਹੋ ਗਿਆ 3,19,295 ਕਿਊਸਿਕ ਜਿਹੜੀ 7 ਵਜੇ ਦੀ ਰਿਪੋਰਟ ਹੈ 23.70 ਫੁੱਟ ਗੇਜ ਹੈ। ਮੈਂ ਇਹਨੂੰ ਇਹ ਨਹੀਂ ਕਹਾਂਗਾ ਕਿ ਬਹੁਤ ਵੱਡੀ ਕਮੀ ਹੋਈ ਹੈ, ਲੇਕਿਨ ਇਹ ਕਹਿ ਸਕਨੇ ਕਿ ਜੀ ਸਭ ਤੋਂ ਚੰਗੀ ਗੱਲ ਹੈ ਕਿ ਜੀ ਰਾਈਜ਼ਿੰਗ ਟ੍ਰੈਂਡ ਨਹੀਂ ਹੈ, ਥੋੜਾ ਜਿਹਾ ਪਾਣੀ ਘਟਿਆ, ਇਹ ਅੱਛੀ ਗੱਲ ਹੈ। ਲੇਕਿਨ ਜੀ 3,19,295 ਕਿਊਸਿਕ ਦੀ ਪਾਣੀ ਕੋਈ ਥੋੜਾ ਨਹੀਂ ਹੈਗਾ। ਸੁਲੇਮਾਨ ਕੈਡਵਕਸ ਦੀ ਅਗਰ ਗੱਲ ਕਰੀਏ 1,39,578 ਕਿਊਸਿਕ ਹੈਗਾ ਜੀ ਤੇ ਇੱਥੇ ਜਨਾਬ ਹਾਈ ਫਲੱਡ ਚੱਲਦਾ ਪਿਆ ਕਾਫੀ ਦਿਨਾਂ ਤੋਂ ਤੇ ਗੰਡਾ ਸਿੰਘ ਦੇ ਮੁਕਾਮ ਤੇ ਜੀ ਐਕਸੈਪਸ਼ਨਲੀ ਹਾਈ ਫਲੱਡ ਚੱਲਦਾ ਪਿਆ, ਬਹੁਤ ਦਿਨ ਹੋ ਗਏ ਨੇ, ਤੁਹਾਡੇ ਸਾਹਮਣੇ ਸਾਰੀ ਸੂਰਤ-ਏ-ਹਾਲ। ਇਸਲਾਮ ਐਡਵਕਸ ਦੀ ਅਗਰ ਗੱਲ ਕਰੀਏ ਤੇ 1,02,045 ਕਿਊਸਿਕ ਹੈ ਜੀ, ਉੱਥੇ ਜੀ ਦਰਮਿਆਨੇ ਦਰਜੇ ਦਾ ਸੈਲਾਬ ਹੈ ਤੇ ਮੈਲਸੀ ਸਾਈਫਨ ਜੀ 93,085 ਕਿਊਸਿਕ ਜਨਾਬ, ਉੱਥੇ ਵੀ ਜੀ ਦਰਮਿਆਨੇ ਦਰਜੇ ਦਾ ਸੈਲਾਬ ਹੈ ਤੇ ਕਾਫੀ ਜੀ ਦੋਸਤਾਂ ਦੀਆਂ ਵੀਡੀਓਜ਼ ਆਉਂਦੀਆਂ ਪਈਆਂ ਨੇ ਜੋ ਡਾਊਨ ਸਟ੍ਰੀਮ ਵਿੱਚ ਹੁੰਦਾ ਪਿਆ। ਦੂਸਰੇ ਪਾਸੇ ਜੀ ਅਗਰ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤੇ ਜਨਾਬ ਪੌਂਗ ਡੈਮ ਦੀ ਸੂਰਤ-ਏ-ਹਾਲ ਹੈਗੀ ਕਿ 1394.68 ਫੁੱਟ ਦਾ ਲੈਵਲ ਹੈ ਤੇ 1,06,725 ਕਿਊਸਿਕ ਦੀ ਪਾਣੀ ਦੀ ਆਮਦ ਹੈ ਤੇ ਅਖਰਾਜ ਜਿਹੜਾ ਜੀ 99,820 ਕਿਊਸਿਕ ਹੈ। ਜਿਵੇਂ ਕਿ ਜੀ ਅੱਜ ਸਵੇਰ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ 1394 ਕਿਊਸਿਕ ਕ੍ਰਾਸ ਕਰਦਾ ਹੈ ਤੇ 1 ਲੱਖ ਕਿਊਸਿਕ ਜਿਹੜਾ ਜੀ ਪਾਣੀ ਉੱਥੋਂ ਆਊਟਫਲੋ ਕੀਤਾ ਜਾਂਦਾ ਹੈ। ਤੁਸੀਂ ਉਸ ਕੈਲਕੂਲੇਸ਼ਨ ਨੂੰ ਅਗਰ ਵੇਖੋ ਤੇ 99,820 ਕਿਊਸਿਕ ਜਨਾਬ ਤਕਰੀਬਨ 1 ਲੱਖ ਕਿਊਸਿਕ ਦਾ ਜੀ ਤਕਰੀਬਨ ਅਖਰਾਜ ਹੁੰਦਾ ਪਿਆ, ਸਿਰਫ 180 ਕਿਊਸਿਕ ਘੱਟ ਹੈ ਜੀ 1 ਲੱਖ ਵਿੱਚੋਂ। ਟਰਬਾਈਨਾਂ ਦੇ ਜ਼ਰੀਏ ਜਿਹੜਾ ਜੀ ਪਾਵਰ ਜਨਰੇਸ਼ਨ ਲਈ ਇਸਤੇਮਾਲ ਹੁੰਦਾ ਪਿਆ ਜੀ ਉੱਥੋਂ ਪਾਣੀ ਕੱਢਿਆ ਜਾ ਰਿਹਾ ਜੀ 16,940 ਕਿਊਸਿਕ, ਸਪਿਲਵੇਜ਼ ਦੇ ਥਰੂ ਜਨਾਬ ਕੱਢਿਆ ਜਾ ਰਿਹਾ 82,880 ਕਿਊਸਿਕ। ਇਹ ਜਨਾਬ ਪੌਂਗ ਡੈਮ ਦੀ ਅਪਡੇਟ ਹੈ ਤੇ ਜਨਾਬ ਲੇਟੈਸਟ ਅਪਡੇਟ ਮੈਨੂੰ ਕਿਸੇ ਜਗ੍ਹਾ ਤੋਂ, ਮੈਂ ਦੁਬਾਰਾ ਕਹਿ ਰਿਹਾ, ਲੇਟੈਸਟ ਸ਼ਾਮ ਦੀ ਬਾਖੜਾ ਡੈਮ ਦੀ ਅਪਡੇਟ ਕਿਸੇ ਜਗ੍ਹਾ ਤੇ ਮੈਨੂੰ ਨਜ਼ਰ ਨਹੀਂ ਆਈ। ਮੈਂ ਕਾਫੀ ਜਨਾਬ ਸਰਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਜਗ੍ਹਾ ਤੇ ਨਹੀਂ ਲੱਭੀ, ਪੁਰਾਣੀ ਅਪਡੇਟ ਨਜ਼ਰ ਆਉਂਦੀ ਪਈ ਸੀ। ਜਿੰਨੇ ਵੀ ਸੋਸ਼ਲ ਮੀਡੀਆ ਪੇजेस ਮੈਂ ਵੇਖੇ ਨੇ ਉੱਥੇ ਜੀ ਸ਼ਾਮ ਦੀ ਅਪਡੇਟ 4 ਸਤੰਬਰ ਸ਼ਾਮ ਦੀ ਕੋਈ ਅਪਡੇਟ ਮੈਨੂੰ ਨਜ਼ਰ ਨਹੀਂ ਆਈ। ਅਗਰ ਕਿਸੇ ਦੋਸਤ ਨੂੰ ਨਜ਼ਰ ਆਵੇ ਤਾਂ ਜ਼ਰੂਰ ਕਮੈਂਟ ਤੇ ਮੈਂਸ਼ਨ ਕਰੇ। ਹਰੀਕੇ ਐਡਵਕਸ ਦੀ ਅਗਰ ਗੱਲ ਕਰੀਏ ਤੇ ਜਨਾਬ ਉੱਥੇ ਅਪਸਟ੍ਰੀਮ ਤੇ ਪਾਣੀ ਰਿਪੋਰਟ ਹੁੰਦਾ ਪਿਆ 3,16,531 ਕਿਊਸਿਕ, ਸ਼ਾਮ 6 ਵਜੇ ਦੀ ਅਪਡੇਟ ਹੈ ਤੇ ਡਾਊਨ ਸਟ੍ਰੀਮ ਜਨਾਬ ਪਾਣੀ ਛੱਡਿਆ ਜਾ ਰਿਹਾ 2,99,660 ਕਿਊਸਿਕ, ਤਕਰੀਬਨ ਜੀ 3 ਲੱਖ ਕਿਊਸਿਕ ਹੀ ਹੋ ਗਿਆ। ਬਾਕੀ ਪਾਣੀ ਜੀ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਤੇ ਇਹ ਜੀ ਡਾਊਨ ਸਟ੍ਰੀਮ ਚ ਆਉਂਦਾ ਪਿਆ ਤੇ ਇਹ ਜਨਾਬ ਅੱਗੇ ਸਾਨੂੰ ਨਜ਼ਰ ਆਉਂਦਾ ਪਿਆ ਕਿ ਜੋ ਸੂਰਤ-ਏ-ਹਾਲ ਬਣਦੀ ਪਈ ਹੈ ਗੰਡਾ ਸਿੰਘ ਦੇ ਮੁਕਾਮ ਤੇ। ਅਗਰ ਜੀ ਹਰੀਕੇ ਤੋਂ ਜਨਾਬ ਪਾਣੀ ਘਟੇਗਾ ਤੇ ਉਹ ਜੀ ਜ਼ਾਹਿਰ ਹੁੰਦਾ ਸਰ ਜਿਹੜਾ ਜੀ ਡਾਊਨ ਸਟ੍ਰੀਮ ਵਿੱਚ ਗੰਡਾ ਸਿੰਘ ਦੇ ਮੁਕਾਮ ਤੇ ਜਾਵੇਗਾ, ਲੇਕਿਨ ਜੀ 3,19,000 ਕਿਊਸਿਕ ਜਨਾਬ ਪਾਣੀ ਘੱਟ ਕੋਣੀ ਹੈਗਾ। 2023 ਵਿੱਚ 2,78,000 ਕਿਊਸਿਕ ਜਨਾਬ ਅਸੀਂ ਪਾਣੀ ਫੇਸ ਕੀਤਾ ਸੀ ਤੇ ਹੁਣ ਜਨਾਬ ਉੱਥੇ 3,19,000 ਕਿਊਸਿਕ ਜਿਹੜਾ ਜੀ ਪਾਣੀ ਰਿਪੋਰਟ ਹੁੰਦਾ ਪਿਆ। ਸੈਲਾਬੀ ਰੇਲੇ ਦੀ ਜੀ ਇੰਟੈਂਸਿਟੀ ਬਹੁਤ ਜ਼ਿਆਦਾ ਹੈ, ਜ਼ਾਹਿਰ ਹੈ ਜੀ ਜਦੋਂ ਉਹਨੇ ਗੰਡਾ ਸਿੰਘ ਦੇ ਮੁਕਾਮ ਤੇ ਰਿਪੋਰਟ ਹੋਣਾ ਤਾਂ ਉਹਨੇ ਜੀ ਆਸੇ-ਪਾਸੇ ਦੇ ਇਲਾਕਿਆਂ ਨੂੰ ਮੁਤਾਸਰ ਕਰਨਾ ਤੇ ਸਭ ਤੋਂ ਜ਼ਿਆਦਾ ਜੀ ਜਿਹੜੇ ਇਲਾਕੇ ਮੁਤਾਸਰ ਹੁੰਦੇ ਨੇ ਉਹ ਜੀ ਜ਼ਿਲ੍ਹਾ ਕਸੂਰ ਦੇ ਹੁੰਦੇ ਨੇ, ਜਿਹੜੇ ਕਿ ਜੀ ਗੰਡਾ ਸਿੰਘ ਦੇ ਆਸੇ-ਪਾਸੇ ਸਤਲੁਜ ਦੀ ਬੈਲਟ ਦੇ ਇਲਾਕੇ ਹੈਗੇ ਨੇ। ਲੇਕਿਨ ਜੀ ਹੁਣ ਜਿਹੜੇ ਅਸਰਾਤ ਨੇ ਉਹ ਜੀ ਬਹਾਵਲਪੁਰ, ਮੈਲਸੀ ਸਾਈਫਨ ਸਾਰਿਆਂ ਇਲਾਕਿਆਂ ਵਿੱਚ ਜਨਾਬ ਸਤਲੁਜ ਦੀ ਪੂਰੀ ਬੈਲਟ ਵਿੱਚ ਜੀ ਉਹ ਅਸਰਾਤ ਜਿਹੜੇ ਨੇ ਜੀ ਨਜ਼ਰ ਆਉਂਦੇ ਪਏ ਨੇ। ਉਹਦੇ ਪਿੱਛੇ ਵਜ੍ਹਾ ਇਹ ਹੈਗੀ ਕਿ ਜੀ ਮੁਸਲਸਲ ਪਾਣੀ ਚੱਲਦਾ ਪਿਆ। ਸਿਰਫ ਇੱਕ ਰੇਲਾ ਆਵੇ ਜੀ ਤੋਂ ਰੇਲਾ ਅੱਗੇ ਗੁਜ਼ਰ ਜਾਵੇ ਉਹ ਉਹਨਾਂ ਨੁਕਸਾਨ ਨਹੀਂ ਕਰਦਾ ਜਿੰਨਾ ਕਿ ਜੀ ਇਹ ਨੁਕਸਾਨ ਹੁੰਦਾ ਪਿਆ। ਇਸ ਲਈ ਜੀ 2023 ਵਿੱਚ ਵੀ ਜੀ ਕਾਫੀ ਲੰਬਾ ਅਰਸਾ ਚੱਲਿਆ ਸੀ ਪਾਣੀ ਤੇ ਲੋਕੀ ਕਹਿੰਦੇ ਸਨ ਜਨਾਬ 1988 ਨਾਲ ਜ਼ਿਆਦਾ ਨੁਕਸਾਨ ਹੈ। ਉਹਦੇ ਪਿੱਛੇ ਜੀ ਦੋ ਵਜੂਹਾਤ ਹੈਗੀਆਂ ਨੇ, ਇੱਕ ਤਾਂ ਜਨਾਬ ਇਹ ਕੋਈ ਰੇਲਾ ਆਇਆ ਤੇ ਅੱਗੇ ਗੁਜ਼ਰ ਗਿਆ ਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਨੁਕਸਾਨ ਵੈਸੇ ਤਾਂ ਜਨਾਬ 1988 ਦੇ ਫਲੱਡ ਨੂੰ ਜੀ ਬੜਾ ਯਾਦ ਕੀਤਾ ਜਾਂਦਾ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ, ਕਿਊਸਿਕ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈਗਾ ਸੀ। ਲੇਕਿਨ ਜੀ ਉਹਦੇ ਨਾਲ ਅਗਰ ਗੱਲ ਕਰੀਏ ਨੁਕਸਾਨ ਦੀ, ਅਗਰ ਗੱਲ ਕਰੀਏ ਤਾਂ ਜਨਾਬ ਉਦੋਂ ਦਰਿਆ ਦੀ ਬੈਲਟ ਵਿੱਚ ਇੰਨੀਆਂ ਆਬਾਦੀਆਂ ਨਹੀਂ ਸਨ ਜਿੰਨੀਆਂ ਹੁਣ ਹੈਗੀਆਂ ਨੇ। ਮੈਂ ਪਹਿਲੇ ਵੀ ਇੱਕ ਦਫਾ ਇਹ ਗੱਲ ਸ਼ੇਅਰ ਕੀਤੀ ਹੈ, ਲੋਕੀ ਸਾਦੇ 'ਚ ਛੱਪਰ ਪਾਉਂਦੇ ਸਨ, ਪਾਣੀ ਆਉਂਦਾ ਸੀ ਤੇ ਛੱਪਰ ਲੁੜ ਜਾਂਦਾ ਸੀ, ਪਾਣੀ ਅੜ ਜਾਂਦਾ ਸੀ ਤੇ ਵਾਪਸ ਫਿਰ ਲੋਕੀ ਛੱਪਰ ਪਾ ਲੈਂਦੇ ਸਨ। ਉਹਦੇ ਨਾਲ ਉਦੋਂ ਲੇਜ਼ਰ ਲੈਂਡ ਲੈਵਲਰ ਟੈਕਨੋਲੋਜੀ ਨਹੀਂ ਆਈ ਹੋਈ ਸੀ, ਨਾ ਕਿਸਾਨਾਂ ਕੋਲ ਜਦੀਦ ਮਸ਼ੀਨਰੀ ਸੀ, ਨਾ ਜ਼ਮੀਨਾਂ ਆਬਾਦ ਸਨ। ਇਹਦੀ ਵਜ੍ਹਾ ਨਾਲ ਜਨਾਬ ਅਸੀਂ ਕਹਿ ਸਕਦੇ ਹਾਂ ਕਿ ਉਦੋਂ ਫਾਈਨੈਂਸ਼ੀਅਲੀ ਲੋਕਾਂ ਦਾ ਨੁਕਸਾਨ ਵੈਸੇ ਜ਼ਿਆਦਾ ਹੋਇਆ ਲੇਕਿਨ 2023 ਦੇ ਮੁਕਾਬਲੇ 'ਚ ਉਦੋਂ ਘੱਟ ਹੋਇਆ, 2023 ਵਿੱਚ ਜੀ ਜ਼ਿਆਦਾ ਹੋਇਆ।